ਵਾਹਿਗੁਰੂ। ਸਾਡਾ ਗੁਰੂ ਗਿਆਨ ਚੈਨਲ ਤੁਸੀਂ ਆਪ ਵੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹਿਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ। ਤੁਸੀਂ ਦੇਖ ਰਹੇ ਹੋ ਗੁਰਗਿਆਨ ਟੀਵੀ। ਮੈਂ ਹਾਂ ਹਰਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 3 ਹਫ਼ਤਿਆਂ ਤੋਂ ਅਸੀਂ ਹਫ਼ਤਾਵਾਰੀ ਲੜੀਵਾਰ ਐਪੀਸੋਡ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਜਿਸ ਵਿੱਚ ਸਿੱਖ ਪੰਥ ਨਾਲ ਸੰਬੰਧਿਤ ਅਹਿਮ ਵਿਸ਼ਿਆਂ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਵਿਚਾਰ ਪੇਸ਼ ਕਰ ਰਹੇ ਹਨ। ਅੱਜ ਗਿਆਨੀ ਜੀ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਵਿਚਾਰ ਕਰਨਗੇ। ਅੱਜ ਸਾਡੀ ਨਵੀਂ ਪੀੜ੍ਹੀ ਇਹ ਦੇਖ ਕੇ ਬਹੁਤ ਹੀ ਕਨਫਿਊਜ਼ਡ ਹੋ ਚੁੱਕੀ ਹੈ ਕਿ ਜਦੋਂ ਇਲੈਕਸ਼ਨਾਂ ਦੇ ਦਿਨਾਂ ਵਿੱਚ ਪਦਵੀਆਂ ਲੈਣ ਲਈ ਇੱਕ ਦੂਜੇ ਤੇ ਝੂਠੇ ਸੱਚੇ ਇਲਜ਼ਾਮ ਲਾ ਕੇ ਰੱਜ ਕੇ ਚਿੱਕੜ ਛੁੱਟਦੇ ਹਨ। ਦੂਜੀ ਧਿਰ ਤੇ ਚਿੱਕੜ ਸੁੱਟ ਕੇ ਪਦਵੀਆਂ ਪ੍ਰਾਪਤ ਕਰਨ ਵਾਲਿਆਂ ਕੋਲ ਨਵੀਂ ਪੀੜ੍ਹੀ ਨੂੰ ਗੁਰੂ ਵਿਰਸੇ ਦੇ ਨਾਲ ਜੋੜਨ ਲਈ, ਗਿਆਨ ਵੰਡਣ ਲਈ ਇਹਨਾਂ ਦੇ ਕੋਲ ਕੋਈ ਪਲਾਨ ਨਹੀਂ ਹੁੰਦਾ। ਇਸ ਪਾਸੇ ਦਾ ਕੋਈ ਵੀ ਜਜ਼ਬਾ ਨਹੀਂ ਹੁੰਦਾ। ਸੰਗਤਾਂ ਦੇ ਅਵੇਸਲਾਪਣ ਦੀ ਨਿਸ਼ਾਨੀ ਇਹ ਵੀ ਹੈ ਕਿ ਧੜੇਬੰਦੀਆਂ ਨੂੰ ਜਿਤਾਉਣ ਲਈ ਕਈ ਵਾਰੀ ਤਾਂ ਸ਼ਰਾਬਾਂ ਪੀਣ ਵਾਲਿਆਂ ਨੂੰ ਵੀ ਗੁਰੂ ਘਰਾਂ ਦੇ ਪ੍ਰਬੰਧ ਬਣਾ ਦਿੱਤਾ ਜਾਂਦਾ ਹੈ। ਆਓ ਜਾਣੀਏ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਤੋਂ ਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਿਨ ਬ ਦਿਨ ਇਸ ਤਰ੍ਹਾਂ ਦਾ ਨਿਘਾਰ ਕਿਉਂ ਆ ਰਿਹਾ ਹੈ। ਸਿੰਘ ਸਾਹਿਬ ਜੀ, ਜਾਗਦੀਆਂ ਕੌਮਾਂ ਦੇ ਉੱਚੇ ਨਿਸ਼ਾਨੇ ਪ੍ਰੋਗਰਾਮ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਵਿੱਚ ਵਸ ਰਹੀ ਸਿੱਖ ਸੰਗਤ ਤੇ ਸਿੱਖ ਕੌਮ ਦੇ ਵਿੱਚ ਉਹ ਜਾਗਰੂਕ ਹਿੱਸਾ ਜਿਹੜਾ ਕੌਮ ਦੇ ਵਰਤਮਾਨ ਵਰਤਾਰਿਆਂ ਨੂੰ ਬੜੀ ਘੋਖਵੀਂ ਨਿਗਾਹ ਨਾਲ ਦੇਖਦਾ ਹੈ ਤੇ ਆਪਣੀਆਂ ਕੌਮੀ ਸੰਸਥਾਵਾਂ ਨੂੰ ਹਰ ਸਮੇਂ ਚੜ੍ਹਦੀ ਕਲਾ ਵਿੱਚ ਵੇਖਣ ਦਾ ਇਸ਼ਕ ਹੈ। ਜਦੋਂ ਉਹਦੇ ਸਾਹਮਣੇ ਆਪਣੀਆਂ ਕੌਮੀ ਸੰਸਥਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਿਘਾਰ ਆਉਂਦਾ ਹੈ ਤਾਂ ਸਾਡਾ ਜਿਸ ਕੌਮ ਦਾ ਜੋ ਚਿੰਤਕ ਵਰਗ ਹੈ ਉਹਦੇ ਅੰਦਰ ਫਿਕਰਮੰਦੀ ਵੱਧ ਜਾਂਦੀ ਹੈ। ਹੁਣ ਜਿਸ ਸਵਾਲ ਨੂੰ ਅਸੀਂ ਆਪਾਂ ਰਲ ਕੇ ਚਿੱਥਣ ਦਾ ਯਤਨ ਕਰਨਾ ਹੈ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸਾਡੇ ਪੰਜਾਬੋਂ ਬਾਹਰਲੇ ਤਖਤ ਸਾਹਿਬਾਨ ਦੇ ਪ੍ਰਬੰਧਕੀ ਨਿਜ਼ਾਮ ਨੇ, ਜਾਂ ਇਸ ਤਰ੍ਹਾਂ ਹੋਰ ਜੰਮੂ ਕਸ਼ਮੀਰ ਦੇ ਅੰਦਰ ਸਾਡਾ ਸਿੱਖ ਗੁਰਦੁਆਰਾ ਪ੍ਰਬੰਧਕੀ ਨਿਜ਼ਾਮ ਹੈ, ਇਸ ਤਰ੍ਹਾਂ ਵਿਦੇਸ਼ ਦੇ ਅੰਦਰ ਵੀ ਸਾਡੇ ਪ੍ਰਬੰਧਕੀ ਨਿਜ਼ਾਮ ਨੇ। ਇਹਦੇ ਵਿੱਚ ਅੱਜ ਸਾਨੂੰ ਨਿਘਾਰ, ਕਮਜ਼ੋਰੀ, ਗਿਰਾਵਟ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ। ਅਸੀਂ ਸਾਰੇ ਦੇਖ ਰਹੇ ਹਾਂ ਤੇ ਨਿਘਾਰ ਮੇਰੇ ਘਰ ਵਿੱਚ ਆਏਗਾ ਉਹ ਵੀ ਮੈਨੂੰ ਮਾੜਾ ਲੱਗੇਗਾ। ਜੇ ਮੈਂ ਦਿਆਨਤਦਾਰ ਹਾਂ, ਨਿਘਾਰ ਮੇਰੇ ਗੁਆਂਢ ਦੇ ਮੇਰੇ ਨੇੜੇ ਵਸਦੇ ਘਰ ਵਿੱਚ ਆ ਜਾਏਗਾ ਤੇ ਮੇਰੇ ਅੰਦਰ ਉਹਦੇ ਪ੍ਰਤੀ ਵੀ ਇੱਕ ਹਮਦਰਦੀ ਹੋਏਗੀ ਕਿ ਨਹੀਂ ਸੀ ਆਉਣਾ ਚਾਹੀਦਾ। ਅਸੀਂ ਇੱਥੇ ਗੱਲ ਨੂੰ ਬੜੇ ਸਪਸ਼ਟ ਤੌਰ 'ਤੇ ਕਹਿ ਸਕਦੇ ਹਾਂ, ਨਿਘਾਰ ਆਉਣਾ ਸਾਡੇ ਲਈ ਇੱਕ ਬਹੁਤ ਸੋਚਣ ਦਾ ਵਿਸ਼ਾ ਬਣ ਜਾਂਦੀ। ਕਿਉਂ ਆਇਆ? ਇਹ ਆਉਣਾ ਨਹੀਂ ਸੀ ਚਾਹੀਦਾ। ਜਦੋਂ ਨਿਘਾਰ ਦੀ ਗੱਲ ਕਰਦੇ ਹਾਂ ਤੇ ਸਾਨੂੰ ਉਸ ਖੇਤ ਦੇ ਮਾਲਕ ਦੀ ਗੱਲ ਯਾਦ ਆ ਜਾਂਦੀ ਹੈ ਜਿਹੜੇ ਆਪਣੀ ਫਸਲ ਨੂੰ ਬਚਾਉਣ ਦੇ ਲਈ ਵਾੜ ਕੀਤੇ ਹੋਏ ਸੀ। ਜੋ ਸਵੇਰੇ ਗੇੜਾ ਮਾਰਨ ਗਿਆ, ਉਹਨੇ ਦੇਖਿਆ ਇੱਕ ਛੋਟੇ ਜਿਹੇ ਜਾਨਵਰ ਜਿਹਨੂੰ ਸਹਿਆ ਕਿਹਾ ਜਾਂਦਾ, ਉਹਦੇ ਪੈਰ ਪਏ ਹੋਏ। ਉਹ ਸਿਆਣੇ ਜ਼ਿਮੀਂਦਾਰ ਨੇ ਇੱਕ ਮੋੜੀ ਵੱਢੀ, ਦਰਖਤ ਦੀ ਟਾਹਣੀ ਵੱਢੇ ਤੇ ਜਿਸ ਰਸਤੇ ਥਾਣੀ ਸਹਿਆ ਖੇਤ ਨੂੰ ਗਿਆ ਸੀ ਉੱਥੇ ਗੱਡ ਰਿਹਾ ਸੀ। ਇੱਕ ਨੌਜਵਾਨ ਗੱਭਰੂ ਆਇਆ, ਬਜ਼ੁਰਗ ਨੂੰ
ਇਹ ਕੰਮ ਕਰਦਾ ਦੇਖਿਆ, ਕੋਲ ਖਲੋ ਗਿਆ, ਪੁੱਛਦਾ ਬਾਪੂ ਜੀ ਕੀ ਕਰਦੇ? ਕਹਿੰਦੇ ਪੁੱਤ ਮੈਂ ਬਾੜ ਮਜ਼ਬੂਤ ਕਰ ਰਹੇ ਹਾਂ ਕਿ ਫਸਲ ਨਾ ਉਜੜ ਜਾਏ। ਕਹਿੰਦੇ ਬਾਪੂ ਜੀ ਜਿੱਥੇ ਤੁਸੀਂ ਇਹ ਮੋਹਰਾ ਲਾ ਰਹੇ ਹੋ ਇੱਥੋਂ ਤੇ ਪਹਿਲਾਂ ਹੀ ਫਸਲ ਨੂੰ ਕੋਈ ਖਤਰਾ ਨਹੀਂ ਹੈ। ਕਹਿੰਦੇ ਪੁੱਤਰ ਮੇਰੇ ਲਾਗੇ ਬੈਠ। ਲਾਗੇ ਬਿਠਾ ਕੇ ਦਿਖਾਇਆ, ਦੇਖ ਆ ਕੁਝ ਪੈਰ ਜਾ ਰਹੇ ਨੇ, ਕਿਹਦੇ ਨੇ? ਕਹਿੰਦੇ ਸਹਿਆ ਲੰਘ ਕੇ ਗਏ। ਕਿ ਸਹਿ ਨੇ ਕਿਹੜਾ ਨੁਕਸਾਨ ਕਰਨਾ? ਮੇਰੇ ਪੁੱਤਰ ਗੱਲ ਇੱਕ ਸਹਿ ਦੀ ਨਹੀਂ ਹੈ। ਅੱਜ ਇੱਕ ਸਹਿ ਲੰਘੇ ਹੈ, ਕੱਲ ਨੂੰ ਦੂਜਾ ਲੰਘੇਗਾ, ਪਰਸੋਂ ਤੀਜਾ ਲੰਘੇਗਾ। ਇਹ ਸਹਿ ਦੇ ਲੰਘਣ ਵਾਲਾ ਰਸਤਾ ਪਿਆ ਬਣ ਜਾਏਗਾ। ਜਦੋਂ ਅਸੀਂ ਕੌਮੀ ਪ੍ਰਬੰਧਾਂ ਨੂੰ ਦੇਖਦੇ ਹਾਂ, ਪ੍ਰਬੰਧਾਂ ਦੇ ਵਿੱਚ ਜਿਹੜਾ ਵਰਤਮਾਨ ਸਮੇਂ ਦਾ ਨਿਗਾਰ ਹੈ ਇੱਕ ਦਿਨ ਦਾ ਨਿਗਾਰ ਨਹੀਂ ਹੈ। ਇਹ ਸਾਨੂੰ ਬੜੀ ਤੋਂ ਸਪਸ਼ਟ ਹੋਣਾ ਪਏਗਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਾਕੀ ਤੱਕ ਸਾਹਿਬਾਨ ਦਾ ਪ੍ਰਬੰਧ ਹੈ, ਜਾਂ ਸਾਡੀਆਂ ਹੋਰ ਗੁਰਦੁਆਰਾ ਪ੍ਰਬੰਧਕ ਸਾਡੇ ਪ੍ਰਬੰਧ ਨੇ। ਇਹ ਨਿਗਾਰਾਂ ਦੀ ਜਿਹੜੀ ਗੱਲ ਅਸੀਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦੀ ਆਪਾਂ ਜੇ ਮੁੱਖ ਤੌਰ 'ਤੇ ਵੀ ਗੱਲ ਕਰੀਏ ਤੇ ਸਾਡੀ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ। ਨਿਗਾਰ ਕਿਉਂ ਨੇ? ਇਸ ਨਿਗਾਰ ਦੀ ਬੁਨਿਆਦ ਸਾਡੇ ਪ੍ਰਬੰਧਾਂ ਦਾ ਸਰਕਾਰੀ ਤੰਤਰ ਥੱਲੇ ਚਲੇ ਜਾਣਾ। ਜਦੋਂ ਅਸੀਂ ਗੰਭੀਰਤਾ ਨਾਲ ਵਿਚਾਰ ਕਰਾਂਗੇ, ਜਦੋਂ ਸਿੱਖ ਕੌਮ ਨੇ ਮਹੰਤਾਂ ਕੋ ਗੁਰਦੁਆਰਾ ਪ੍ਰਬੰਧ ਆਜ਼ਾਦ ਕਰਾਇਆ ਸੀ ਤਾਂ ਸਿੱਖਾਂ ਨੇ ਆਪਣੇ ਪ੍ਰਬੰਧ ਨੂੰ ਚਲਾਉਣ ਲਈ ਆਪਣੀ ਸੰਸਥਾ ਖੜੀ ਕੀਤੀ ਸੀ, ਜਿਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਸੀ। ਤੇ ਸਮੇਂ ਦੀ ਹਕੂਮਤ ਨੂੰ ਹਜਮ ਨਹੀਂ ਸੀ ਹੋਇਆ। ਇਹ ਤਾਂ ਗੁਲਾਮ ਕੌਮ ਹੈ ਸਾਡੀ, ਤੇ ਗੁਲਾਮ ਆਪਣੇ ਲਈ ਆਜ਼ਾਦੀ ਲੈ ਕੇ ਬਹਿ ਜਾਏ, ਆਪਣੀ ਆਜ਼ਾਦ ਸੰਸਥਾ ਖੜੀ ਕਰਕੇ ਬਹਿ ਜਾਏ, ਆਪਣੇ ਧਰਮ ਸਥਾਨਾਂ ਦਾ ਪ੍ਰਬੰਧ ਆਪਣੀ ਮਰਜ਼ੀ ਨਾਲ ਕਰ ਜਾਏ, ਫਿਰ ਸਾਡੇ ਹੱਕ ਮੁੱਣ ਦਾ ਕੀ ਫਾਇਦਾ? ਉਹਨਾਂ ਨੇ ਆਪਣੇ ਉਸ ਧੈਂਸ ਦੇ ਥੱਲੇ ਕਿ ਅਸੀਂ ਇਸ ਦੇਸ਼ ਦੇ ਮਾਲਕ ਹਾਂ, ਉਹਨਾਂ ਨੇ ਜ਼ਬਰਦਸਤੀ ਸਾਡੇ ਤੇ ਗੁਰਦੁਆਰਾ ਐਕਟ ਜਿਹੜਾ ਸੀ ਉਹ ਲੱਦਿਆ, ਲਾਗੂ ਕੀਤਾ। ਕੌਮ ਦੇ ਉਸ ਸਮੇਂ ਦੇ ਆਗੂ ਨਹੀਂ ਸੀ ਮੰਨਣਾ ਚਾਹੁੰਦੇ, ਪਰ ਸਮੇਂ ਦੀਆਂ ਮਜਬੂਰੀਆਂ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਨੂੰ ਮੰਨਣਾ ਪਿਆ। ਜੇ ਪਹਿਲਾ ਨਿਗਾਰ ਦੇਖਾਂਗੇ ਤੇ ਸਾਡਾ ਇਹ ਨਿਗਾਰ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧ ਦਾ ਸਰਕਾਰੀ ਪ੍ਰਬੰਧ ਦੇ ਥੱਲੇ ਚਲੇ ਜਾਣਾ, ਸਰਕਾਰੀ ਦੇਖ ਰੇਖ ਥੱਲੇ ਚਲੇ ਜਾਣਾ, ਜਿਹਨੂੰ ਅਸੀਂ ਅਖੌਤੀ ਲੋਕਤੰਤਰ ਕਹਿੰਦੇ ਹਾਂ, ਉਸ ਵੋਟ ਪ੍ਰਣਾਲੀ ਦੇ ਰੂਪ ਵਿੱਚ ਸਾਡੇ ਪ੍ਰਬੰਧਾਂ ਚਲੇ ਜਾਣਾ, ਇਹ ਸਾਡਾ ਬੁਨਿਆਦੀ ਨਿਗਾਰ ਹੈ। ਅਗਲਾ ਸਵਾਲ ਆ ਜਾਏਗਾ ਕਿ ਇਸ ਨਿਗਾਰ ਨੂੰ ਸਾਡੇ ਵੱਡਿਆਂ ਨੇ ਮਹਿਸੂਸ ਨਹੀਂ ਸੀ ਕੀਤਾ। ਆਪਾਂ ਇਹ ਕਹਿ ਸਕਦੇ ਹਾਂ 47 ਤੋਂ ਪਹਿਲਾਂ ਵੀ ਕੀਤਾ ਸੀ, 47 ਤੋਂ ਬਾਅਦ ਵੀ ਕੀਤਾ, ਪਰ ਹੋਇਆ ਇਹ ਹੈ ਕਿ ਕੌਮ ਦੁਬਾਰਾ ਆਪਣੇ ਆਪ ਨੂੰ ਉਸ ਯੋਗਤਾ ਵਿੱਚ ਨਹੀਂ ਲਿਆ ਪਾਈ ਕਿ ਅਸੀਂ ਆਪਣੇ ਅੰਦਰ ਯੋਗਤਾ ਖੜੀ ਕਰੀਏ, ਤੇ ਯੋਗਤਾ ਖੜੀ ਕਰਕੇ ਆਪਣੇ ਆਪ ਨੂੰ ਗੁਰਦੁਆਰਾ ਪ੍ਰਬੰਧ ਦੇ ਲਈ ਕੌਮੀ ਤੌਰ ਤੇ ਆਪਣਾ ਕੌਮੀ ਪੰਥਕ ਨਿਜ਼ਾਮ ਖੜਾ ਕਰੀਏ। ਅਸੀਂ ਸਰਕਾਰੀ ਤੰਤਰ ਵਾਲਾ ਨਿਜ਼ਾਮ ਨਹੀਂ ਲੈਣਾ। ਪਰ ਅੱਜ ਦੁਖਾਂਤ ਇਸ ਗੱਲ ਦਾ ਹੈ, ਅੰਗਰੇਜ਼ਾਂ ਨੇ ਇੱਕ ਸੰਸਥਾ ਸਾਨੂੰ ਆਪਣੇ ਦਬਾਅ ਥੱਲੇ ਦਿੱਤੀ, ਸ਼੍ਰੋਮਣੀ ਕਮੇਟੀ ਉਹਨਾਂ ਨੇ ਐਕਟ ਦੇ ਥੱਲੇ ਕਰ ਦਿੱਤੀ। ਅੱਗੇ ਜਾ ਕੇ ਦਿੱਲੀ ਕਮੇਟੀ ਅਸੀਂ ਆਪ ਐਕਟ ਥੱਲੇ ਬਣਵਾ ਲਈ। ਜੰਮੂ ਕਸ਼ਮੀਰ ਚਲੇ ਜਾਓ, ਉੱਥੋਂ ਦਾ ਪ੍ਰਬੰਧ ਵੀ ਅਸੀਂ ਉੱਥੋਂ ਦੇ ਐਕਟ ਥੱਲੇ ਬਣਾ ਲਿਆ। ਇਸ ਤਰ੍ਹਾਂ ਬਾਕੀ ਤਖਤ ਸਾਹਿਬਾਨ ਦਾ ਪ੍ਰਬੰਧ ਹੈ ਉਹ ਵੀ ਅਸੀਂ ਲੈ ਗਏ। ਅਸੀਂ ਇੱਥੋਂ ਤੱਕ ਚਲੇ ਜਾਂਦੇ ਹਾਂ ਕਿ ਸਿੰਘ ਸਭਾਵਾਂ ਦੇ ਅੰਦਰ ਵੀ ਅਸੀਂ 2-2 ਗੋਲਕਾਂ ਪਈਆਂ ਤੇ ਉੱਥੇ ਸਰਕਾਰੀ ਸੀਲਾਂ ਲੱਗੀਆਂ ਹੋਈਆਂ ਦੇਖਦੇ ਹਾਂ, ਉਹ ਵੀ ਅਸੀਂ ਰਜਿਸਟਰ ਕਰਾ ਕੇ ਅਸੀਂ ਸਰਕਾਰ ਦੇ ਪ੍ਰਬੰਧ ਥੱਲੇ ਦੇ ਕੇ ਅੱਜ ਨੇ ਅਸੀਂ ਆਪਣੇ ਪ੍ਰਬੰਧ ਨੂੰ ਆਪਣੇ ਗੁਰੂ ਦੇ ਹੱਥਾਂ 'ਚੋਂ ਕੱਢ ਕੇ, ਗੁਰੂ ਪੰਥ ਦੀ ਸੋਚ ਤੋਂ ਕੱਢ ਕੇ ਅੱਜ ਅਸੀਂ ਜਾਣ ਬੁੱਝ ਕੇ ਬੇਅਕਲੀ ਕਰਕੇ ਸਰਕਾਰੀ ਤੰਤਰ ਦੇ ਥੱਲੇ ਦੇ ਕੇ ਅਸੀਂ ਇਸ ਪ੍ਰਬੰਧ ਦਾ ਜਿਹੜਾ ਸਰਬ ਸਤਿਆਨਾਸ਼ ਮਾਰਨ ਦੇ ਰਸਤੇ ਖੋਲ੍ਹੇ ਹੋਏ। ਹੁਣ ਪ੍ਰਬੰਧ ਸਾਡੇ ਅਸੀਂ ਸੁਧਾਰ ਦੇ ਲਈ ਅੱਗੇ ਨਹੀਂ ਵੱਧ ਸਕਦੇ। ਅਸੀਂ ਲੜਦੇ ਹਾਂ ਕਿ ਫਲਾਣੀ ਤੇਲ ਪ੍ਰਬੰਧਕ ਬਣ ਗਈ ਹੈ, ਮੈਂ ਬਣ ਜਾਵਾਂਗਾ ਸੁਧਾਰ ਹੋ ਜਾਏਗਾ, ਦੂਜਾ ਆ ਜਾਏਗਾ ਸੁਧਾਰ ਹੋ ਜਾਏਗਾ। ਇਹ ਸਾਡਾ ਇੱਕ ਭਰਮ ਅਸੀਂ ਅੱਜ ਦੀ ਤਰੀਕ ਵਿੱਚ ਪਾਲ ਰਹੇ ਹਾਂ। ਹਾਂ, ਸੁਧਾਰ ਹੋ ਸਕਦਾ ਹੈ ਕਿ ਅਸੀਂ ਇਸ ਪ੍ਰਬੰਧ ਨੂੰ ਰੱਦ ਕਰੀਏ, ਵੋਟ ਤੰਤਰ ਰੱਦ ਕਰੀਏ। ਵੋਟ ਤੰਤਰ ਰੱਦ ਕਰਨ ਤੋਂ ਬਾਅਦ ਅਸੀਂ ਆਪਣੇ ਪੰਥਕ ਪ੍ਰਬੰਧ ਜਿਹੜਾ ਹੈ
ਉਹ ਸੰਸਾਰ ਭਰ ਅੰਦਰ ਲਾਗੂ ਕਰੋ। ਆਪ ਨੂੰ ਇੱਕ ਪਤਾ ਹੋਣਾ ਚਾਹੀਦਾ ਹੈ, ਇੱਕ ਸੁਪਨਾ ਹੋਰ ਵੀ ਆਇਆ ਸੀ, ਜੇ ਕਿਤੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਜਾਏ ਤੇ ਸ਼ਾਇਦ ਸਾਡੀ ਪ੍ਰਬੰਧ ਵਿੱਚ ਸੁਧਾਰ ਆ ਸਕਦਾ ਹੈ, ਨਿਗਾਰ ਕਿਤੇ ਰੁਕ ਸਕਦਾ ਹੈ। ਉਹ ਵੀ ਇੱਕ ਭਰਮ ਹੈ, ਉਹ ਵੀ ਇੱਕ ਭੁਲੇਖਾ ਹੈ। ਉਹ ਭੁਲੇਖੇ ਤੋਂ ਅੱਗੇ ਲੈ ਕੁਝ ਵੀ ਨਹੀਂ ਹੈ, ਕਿਉਂਕਿ ਸਰਕਾਰੀ ਕੁੰਡਾ ਤਾਂ ਉੱਥੇ ਵੀ ਰਹੇਗਾ। ਉਹ ਪ੍ਰਬੰਧ ਵੀ ਅਸੀਂ ਵੋਟ ਨਾਲ ਹੀ ਚਲਾਵਾਂਗੇ, ਤੇ ਉਹ ਵੋਟ ਨਾਲ ਹੀ ਬਣ ਚੱਲਦਾ ਹੋਇਆ ਪ੍ਰਬੰਧ ਜਿਹੜਾ ਹੈ ਉਹਦੇ ਵਿੱਚ ਜਾਤਾਂ ਦਾ ਵਿਤਕਰਾ ਆਏਗਾ, ਉੱਚ ਰਾਖਵੇਂ ਕਰਨ ਦਾ ਵਿਤਕਰਾ ਆਏਗਾ। ਤੇ ਜਿੱਥੇ ਕਿਤੇ ਰਾਖਵੇਂ ਕਰਨ ਦੀ ਗੱਲ ਆ ਜਾਏਗੀ, ਜਿੱਥੇ ਕਿਤੇ ਜਾਤ ਦੇ ਮਾਨਤਾ ਦੀ ਗੱਲ ਆ ਜਾਏਗੀ, ਉਹ ਪ੍ਰਬੰਧ ਹਮੇਸ਼ਾ ਮੇਰੇ ਗੁਰੂ ਖਾਲਸਾ ਪੰਥ ਦੀ ਸੋਚ ਨੂੰ ਨੀਵਾਂ ਦਿਖਾਉਣ ਵਾਲਾ ਹੋਏਗਾ, ਛੋਟਾ ਦਿਖਾਉਣ ਵਾਲਾ ਹੋਏਗਾ, ਉਹਨੂੰ ਦਵੇਲ ਬਣਾਉਣ ਵਾਲਾ ਹੋਏਗਾ। ਸੋ ਇੱਥੇ ਨਿਗਾਰ ਨੂੰ ਕਿਹੜੀ ਦ੍ਰਿਸ਼ਟੀ ਨਾਲ ਦੇਖਣਾ ਹੈ? ਇਹ ਹੁਣ ਸਾਡੇ ਕੋਲ ਐਨਕ ਚਾਹੀਦੀ ਗੁਰੂ ਸ਼ਬਦ ਵਿੱਚ, ਬਾਣੀ ਦੇ ਸ਼ਬਦ ਦੀ ਐਨਕ ਚਾਹੀਦੀ ਕਿ ਸਾਡੇ ਗੁਰੂ ਸਾਹਿਬਾਨ ਨੇ, ਕਦੇ ਆਪਾਂ ਧਿਆਨ ਮਾਰ ਕੇ ਦੇਖੀਏ, ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 9ਵੇਂ ਗੁਰੂ ਪਾਤਸ਼ਾਹ ਜੀ ਤੱਕ, ਜਦੋਂ ਅਕਾਲ ਪੁਰਖੀ ਜੋਤ ਤੇ ਜੁਗਤ ਜਿਹੜੀ ਹੈ ਉਹ ਅੱਗੇ ਸੌਂਪਣਾ ਦੀ ਕਿਰਿਆ ਕੀਤੀ ਜਾਂਦੀ ਹੈ, ਤਾਂ ਸੌਂਪਣ ਦੀ ਕਿਰਿਆ ਜਿਹੜੀ ਹੈ ਉਹ ਪਰਖ ਦੀ ਕਸੌਟੀ, ਰੱਬੀ ਗਿਆਨ, ਜੀਵਨ ਅਵਸਥਾ, ਅੰਦਰ ਪੈਦਾ ਹੋਈਆਂ ਖੂਬੀਆਂ, ਪੈਦਾ ਹੋਏ ਗੁਣਾਂ ਨੂੰ ਕਸੌਟੀ ਬਣਾ ਕੇ ਤਾਂ ਉੱਥੇ ਸਿੱਖਾਂ ਪੁੱਤਾਂ ਘੋਖ ਕੇ ਜਾਂ ਸੁਦੋਸ ਤਾਂ ਲੈਣਾ ਟਿਕਿਓਸ ਉੱਥੇ ਘੋਖ ਕੇ ਦਿੱਤਾ ਜਾਂਦਾ। ਜਦੋਂ ਪੰਥ ਦੀ ਸਿਰਜਣਾ ਕੀਤੀ ਜਾਂਦੀ, ਆਪਣੀ ਮਰਜ਼ੀ ਦੇ 5 ਵਿਅਕਤੀ ਗੁਰੂ ਪਿਤਾ ਜੀ ਸਾਹਮਣੇ ਨਾਵਾਂ ਨੂੰ ਪੁਕਾਰ ਕੇ ਚੁਣ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਸਕਦੇ ਸਨ, ਕੋਈ ਪਾਬੰਦੀ ਨਹੀਂ ਸੀ। ਪਰ ਗੁਰੂ ਜੀ ਨੇ ਇਤਨਾ ਨਹੀਂ ਕੀਤਾ। ਉਹਨਾਂ ਨੇ ਸੰਸਾਰ ਦੇ ਸਾਹਮਣੇ ਇੱਕ ਸਾਡੇ ਲਈ ਇੱਕ ਰਸਤਾ ਖੜਾ ਕਰਨਾ ਸੀ ਕਿ ਕੌਮਾਂ ਦੀ ਉਸਾਰੀ ਮਰਜ਼ੀ ਮੁਤਾਬਕ ਨਹੀਂ, ਕੌਮਾਂ ਦੀ ਉਸਾਰੀ ਉਹਦੇ ਪੈਦਾ ਕੀਤੇ ਗੁਣਾਂ ਦੇ ਉੱਤੇ ਕਸੌਟੀ ਤੇ ਪਰਖ ਕੇ ਕੌਮਾਂ ਹਮੇਸ਼ਾ ਅੱਗੇ ਵੱਧ ਸਕਦੀ। ਉੱਥੇ ਵੀ ਜਦੋਂ ਪਰਖ ਦੀ ਕਸੌਟੀ ਅੱਗੇ ਰੱਖੀ। ਅੱਜ ਅਸੀਂ ਗੁਰਦੁਆਰਾ ਪ੍ਰਬੰਧ ਦੀ ਗੱਲ ਕਰਦੇ ਹਾਂ। ਗੁਰਦੁਆਰਾ ਪ੍ਰਬੰਧ ਦੇ ਅੰਦਰ ਨਿਗਾਰ ਦੀ ਕਿਹੜੀ ਕਿਹੜੀ ਗੱਲ ਕਰਾਂਗੇ? ਨਹੀਂ ਭਾਗਾਂ ਵਾਲਿਓ, ਅੱਜ ਸਾਨੂੰ ਇਹਦੇ ਉੱਤੇ ਨਿੱਠ ਕੇ ਸਾਨੂੰ ਦੁਬਾਰਾ ਇਸ ਗੱਲ ਨੂੰ ਸੋਚਣ ਦੇ ਲਈ ਉੱਤੇ ਸਾਲ ਲੱਗਦਾ ਹੈ, 2 ਸਾਲ ਲੱਗਦੇ ਨੇ, 5 ਸਾਲ ਲੱਗਦੇ ਨੇ ਜਾਂ 10 ਸਾਲ ਲੱਗਦੇ ਨੇ, ਕੋਈ ਪਰਵਾਹ ਨਹੀਂ। ਇੱਕ ਨਿਸ਼ਾਨਾ ਤੈਅ ਕਰ ਲਈ। ਅੱਜ ਕਿਹੜੀ ਕੌਮ ਹੈ ਸੰਸਾਰ ਦੀ ਜਿਹਦਾ ਧਾਰਮਿਕ ਸਥਾਨਾਂ ਦਾ ਪ੍ਰਬੰਧ ਜਿਹੜਾ ਹੈ ਕਿਸੇ ਹਕੂਮਤ ਦੇ ਕਾਨੂੰਨ ਦੇ ਥੱਲੇ ਚੱਲੇ? ਕਿ ਇਸਲਾਮ ਦੇ ਕੋਲ ਵੱਡੇ ਵੱਡੇ ਮਸਜਿਦਾਂ, ਵੱਡੇ ਵੱਡੇ ਮਦਰਸੇ, ਵੱਡੀਆਂ ਵੱਡੇ ਉਹਨਾਂ ਕੋਲ ਧਾਰਮਿਕ ਅਦਾਰੇ ਨਹੀਂ ਹਨ। ਉਹਨਾਂ ਦਾ ਪ੍ਰਬੰਧ ਕੌਣ ਚਲਾ ਰਿਹਾ? ਉੱਥੇ ਕਿਹੜੀ ਸਰਕਾਰ ਦਾ ਦਖਲ ਹੈ? ਪਾਕਿਸਤਾਨ ਦੇ ਅੰਦਰ ਚਲੇ ਜਾਓ, ਭਾਰਤ ਅੰਦਰ ਚਲੇ ਜਾਓ, ਸੰਸਾਰ ਦੇ ਦੂਜੇ ਦੇਸ਼ਾਂ ਚਲੇ ਜਾਓ, ਉੱਥੇ ਕਿਸੇ ਹਕੂਮਤੀ ਕੁੰਡੇ ਥੱਲੇ ਕਿਸੇ ਦਾ ਕੋਈ ਪ੍ਰਬੰਧ ਨਹੀਂ। ਭਾਰਤ ਦੇ ਅੰਦਰ ਅੱਜ ਇੱਥੇ ਅਰਬਾਂ ਖਰਬਾਂ ਦੀ ਆਮਦਨ ਵਾਲੇ ਮੰਦਿਰ ਨੇ, ਜਿੱਥੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰੀ ਆਮਦਨ ਇੱਕ ਮੰਦਿਰ ਦੀ ਉਨੀ ਆਮਦਨ ਜਿਹੜੀ ਹੈ ਉਸ ਤੋਂ ਵੱਧ ਬਣ ਜਾਂਦੀ ਸਾਲ। ਉੱਥੇ ਕਿਹੜਾ ਪ੍ਰਬੰਧ ਕੰਮ ਕਰੇ? ਭਾਰਤ ਦਾ ਕਿਹੜੇ ਸੰਵਿਧਾਨ ਕਾਨੂੰਨ ਥੱਲੇ ਉੱਥੇ ਕਮੇਟੀਆਂ ਬਣਦੀਆਂ ਨੇ? ਉੱਥੇ ਕਿਹੜੀਆਂ ਵੋਟਾਂ ਦੀਆਂ ਪਰਚੀਆਂ ਪੈਂਦੀਆਂ ਨੇ? ਕਿ ਅੱਜ ਭਾਰਤ ਦੇ ਅੰਦਰ ਈਸਾਈ ਗਿਰਜਿਆਂ ਦਾ ਪ੍ਰਬੰਧ ਉਹ ਕਿਸੇ ਕਾਨੂੰਨ ਥੱਲੇ ਚੱਲ ਰਿਹਾ ਹੈ? ਇਹ ਸਾਨੂੰ ਸੋਚਣ ਦੀ ਲੋੜ ਹੈ। ਵਾਹਿਦ ਅਸੀਂ ਦੇਖਦੇ ਹਾਂ ਤੇ ਕੇਵਲ ਇੱਕ ਸਿੱਖ ਕੌਮ ਹੈ ਜਿਹਦਾ ਗੁਰੂ ਤੋਂ ਭਰੋਸਾ ਡਿੱਗਿਆ ਹੋਇਆ ਹੈ, ਰੱਬ ਦਾ ਭਰੋਸਾ ਟੁੱਟਿਆ ਹੋਇਆ ਹੈ, ਜਿਹਦਾ ਆਪਣਾ ਸਿੱਖ ਭਰਾਵਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ। ਅਸੀਂ ਗਲਤ ਵਿਸ਼ਵਾਸ ਨੂੰ ਲੈ ਕੇ ਅਸੀਂ ਅੱਜ ਇਹ ਆਸ ਰੱਖ ਕੇ ਬੈਠੇ ਹਾਂ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਗਾਰ ਦੂਰ ਕਰ ਲਵਾਂਗੇ, ਸ਼ਾਇਦ ਦਿੱਲੀ ਗੁਰਦੁਆਰਾ ਪ੍ਰਬੰਧਕ ਨਿਗਾਰ ਦੂਰ ਕਰ ਲਵਾਂਗੇ, ਸ਼ਾਇਦ ਦੂਜੇ ਤਖਤਾਂ ਦੇ ਪ੍ਰਬੰਧ ਦੇ ਨਿਗਾਰ ਦੂਰ ਕਰ ਲਵਾਂਗੇ। ਨਹੀਂ, ਅਸੀਂ ਦੂਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਗਲਤ ਰਾਹ ਤੇ ਪਏ ਹੋਏ। ਜਦੋਂ ਪ੍ਰਬੰਧ ਦਾ ਰਸਤਾ ਹੀ ਸਾਡੀ ਗਲਤ ਚੁਣ ਲਿਆ ਤੇ ਖਿਮਾ ਕਰਨਾ ਸਹੀ ਮੰਜ਼ਿਲ ਕਿੱਥੋਂ ਮਿਲੇਗੀ? ਮੰਜ਼ਿਲ ਹਮੇਸ਼ਾ ਉਹਨਾਂ ਰਸਤਿਆਂ ਨਾਲ ਜੁੜਦੀ ਹੈ ਜਿਹੜਾ ਰਸਤਾ ਦਰੁਸਤ ਹੋਵੇ, ਜਿਹੜਾ ਮੰਜ਼ਿਲ ਨੂੰ ਨਿਸ਼ਚਿਤ ਕਰਕੇ ਠੀਕ ਰਸਤਿਆਂ ਦੀ ਉਸਾਰੀ ਕੀਤੀ ਗਈ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੇ ਲਈ ਕੌਮ ਦਾ ਫੈਸਲਾ ਦਰੁਸਤ ਸੀ। ਉਹਨਾਂ ਨੇ ਕੁਰਬਾਨੀਆਂ ਦੇ ਕੇ ਗੁਰਦੁਆਰਾ ਪ੍ਰਬੰਧ ਆਜ਼ਾਦ ਕਰਾ ਲਿਆ। ਉੱਥੇ
महंत भज गए, बाहर निकल गए। श्री दरबार साहब, श्री अकाल तख्त साहब, तरनताਰਨ साहब, सारे गुरुद्वारा उत्ते कौम के वारसां ने अपनी जिम्मेवारी संभाल के श्रोमणी कमेटी बना ली, क्योंकि गुलामी का दौर सी, गुलामी, भारत गुलाम सी। सिख कौम की आज़ादी उस समय की हुकूमत नूं पसंद नहीं सी। इस कारण करके उन्होंने जबरदस्त ढंग के नाल साडे उत्ते ये गलत निजाम सरकारी तंत्र वाल लद्या होया है। अज सानू नगार की गल करन दे लई सानू सारिਆਂ तो पहलों कौम के अंदर इस पक्ष नूं उभारना पे। इसलिए इस नूं किस दृष्टि तो देखना है, हुण सानू दृष्टि वेखनी पैगी, नवीं शब्द चों दृष्टि लैनी पैगी, सानू चोण संगती चोण वाली दृष्टि अपनानी पैगी, सानू गुणा वाले जीवन लभ लभ के नामजद करने पैणगे। सानू इत्थे जहदर बघेल सिंह वर्गे वो जिहड़े समर्पण बिरती वाले ने वो उस तरह के सिख कौमी निजाम नूं चलाउण दे लई सानू रखने पैणगे। असीं इत्थे गल केवल गुरुद्वारा प्रबंधक निजाम की कर रहे, ये साडी कौम दा एक छोटा जिहा हिस्सा, ये छोटा जिहा पक्ष है जिथे सानू जिहड़ी है, जिथे साडी चिंता है, सानू इस तो अगे वधन की जरूरत है कि गुरुद्वारा प्रबंध ही साडे सब कुछ है, कि इहदे निगाह नूं ही असीं सब हल विच ही सब को हल लभदे हां। दास इस गल दे लई अपने आप नूं रोक नहीं सकते। साडे लई साडे सामने वो पंथ है, जिहड़ा पंथ गुरु ने 2.5 सदियां ला के तैयार किया, जिहड़े पंथ सच्चे साहिब जी ने 1708 के अंदर धन श्री गुरु ग्रंथ साहब सच्चे पातशाह नूं गुरता गद्दी बख्शिश करदिआं पंथ नूं गुरु ग्रंथ साहब की ताबिया कीता। पंथ नूं पंथक शक्ति नूं तरोताजा रखण लई, जगजैती च परोण लई, एक सुरता ते एक सारता विच बंध के रखण दे लई गुरु पिता ने अकाली जोत की जिहड़ी जुगत सी, जिहड़ी उन्हां नूं अकाल पुरख वाहिगुरू दित्ती सी, वो खालसा पंथ नूं बख्शिश कीती सी। खालसा पंथ ने उस गुरु बख्शी जुगत की वरतों श्री गुरु ग्रंथ साहब की ताबिया च बह के करनी सी, ते करके पंथ नूं एक सूत्र च परो के रखना सी, एक जथेबंदक ढांच स्वरूप रखना सी। साडा गुरु एक है, पंथ एक है। अज एक पंथ नूं असीं लीरो लीर कर लिया, संप्रदावां बना के, डेरे बना के अज असीं आमने सामने हो गए हाँ। अज पंथ सानूं लभना पेगा। गुरुद्वारा प्रबंध निगार का हल सानूं अखरां नाल नहीं मिलेगा, भाषण विचों नहीं मिलेगा, यह केवल भक्ति विचारां विचों नहीं मिलेगा। ये प्रबंध के निगार नूं दूर करन दे लई पहला पंथ दी निर्माण जिहड़ी गुरु ने निर्माणता कीती है, उस निर्माणता नूं ज्यों दा त्यों मुड़ सुरजीत करना है। किते फिर अकाल तख्त की शक्ति जिहदे थले बास मिसलां दे सरदार अपने हथियार बाहर रख के अंदर आके बह के गुरमता कर लेंदे सन। अज वो सोच मुड़ सानू अपनानी पै। वो मता पंथक जगजैती का प्रतीक सी, वो अपने जो जथेदार चुनते सन। ये गल अगे चल के आप करांगे। इत्थे केवल असीं निगार दे हल की संखेप गल कर, आओ निगार दे उत्ते की ध्यान केंद्रित करें। दास नूं याद है कि साडी विद्या देने वाले साडे विद्या अपनाउण वाले साडे विद्या दाता प्रिंसीपल हरभजन सिंह जी ने 1947 तो बाद, उस तो पहला एक गुरुद्वारा सब प्रबंध विच श्रोमणी कमेटी जो होया करती सी, दिखाई देंदे निगारां नूं लैके उन्होंने एक आदर्शक गुरुद्वारा प्रबंध का खाका तैयार किया, जिहड़ा प्रबंध किसी सरकार दे कहदे कानून थले संविधान दे थले नहीं होएगा, जिहड़ा वोटां नाल नहीं चलेगा, जिहड़ा पंथ दी इच्छा शक्ति नाल चलेगा। उहदा नाम उन्होंने सिख गुरुद्वारा आदर्शक गुरुद्वारा प्रबंध नाम थले उन्होंने लेख लिखे, उन्होंने किताबां च अज भी मिलदा, उहदा किताब च भी बनिया सी। सानू अज
उस पासे ਨੂੰ ਤੁਰਨਾ ਪਏਗਾ, ਸੋਚਣਾ ਪਏਗਾ, ਪਹਿਲਾਂ ਤੇ ਮਨ ਤਿਆਰ ਕਰਨਾ ਪਏਗਾ। ਅਸੀਂ ਤੇ ਹਰ ਜਿਹੜੀ ਸੰਸਥਾ ਬਣਾਉਂਦੇ ਹਾਂ ਉਹਨੂੰ ਵੋਟਾਂ ਦੇ ਸਿਸਟਮ ਵਿੱਚ ਪਾ ਦਿੰਦੇ ਹਾਂ। ਖਿਮਾ ਕਰ ਦੇਣਾ, ਇਹ ਵੋਟ ਸਿਸਟਮ ਧੜੇਬੰਦੀਆਂ ਖੜਾ ਕਰਦਾ ਹੈ। ਵੋਟ ਸਿਸਟਮ ਸਾਡੇ ਅੰਦਰ ਨਸ਼ਾ ਹੋਰ ਪ੍ਰਵਿਰਤੀਆਂ ਪੈਦਾ ਕਰਦਾ ਹੈ, ਲੋਭ ਲਾਲਚ ਨੂੰ ਜਨਮ ਦਿੰਦਾ ਹੈ। ਇਸ ਕਰਕੇ ਸਾਨੂੰ ਨਕਾਰਾਤਮਕ ਪੱਖ ਛੱਡਣੇ ਪੈਣਗੇ। ਨਗਾਰ ਦਾ ਹੱਲ ਨਿਕਲ ਆਏ, ਨਗਾਰ ਦਾ ਹੱਲ ਨਿਕਲ ਸਕਦਾ ਹੈ ਜੋ ਸਾਨੂੰ ਨਗਾਰ ਦਿਖਾਈ ਦਿੰਦੇ ਨੇ। ਇਸ ਲਈ ਇਹ ਬੜੇ ਖਤਰਨਾਕ ਨਗਾਰ ਨੇ, ਇਹ ਬੁਨਿਆਦੀ ਨਗਾਰ ਵਿੱਚੋਂ ਪੈਦਾ ਹੋਏ ਨੇ। ਇਹ ਨਗਾਰ ਵੱਧਦੇ ਜਾਣਗੇ। ਆਪਾਂ ਦੇਖਦੇ ਹਾਂ ਕਿ ਆਏ ਦਿਨ ਨਗਾਰ ਵੱਧ ਰਹੇ ਨੇ। ਆਏ ਦਿਨ ਸ਼੍ਰੋਮਣੀ ਕਮੇਟੀ ਫਰਜ਼ਾਂ ਤੋਂ ਦੂਰ ਭੱਜ ਰਹੀ ਹੈ। ਆਏ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜ਼ਿੰਮੇਵਾਰੀਆਂ ਤੋਂ ਪਿੱਛੇ ਭੱਜ ਰਹੀ ਹੈ। ਆਏ ਦਿਨ ਅਸੀਂ ਦੇਖਦੇ ਹਾਂ ਬਾਕੀ ਤਖਤ ਸਾਹਿਬਾਨ ਦਾ ਨਿਜ਼ਾਮ ਜਿਹੜੇ ਨੇ ਉਹ ਕੌਮੀ ਪ੍ਰਬੰਧ ਨੂੰ ਲੈ ਕੇ ਗੈਰ ਜ਼ਿੰਮੇਵਾਰ ਬਣਦੇ ਦਿਖਾਈ ਦੇ ਰਹੇ ਨੇ। ਆਏ ਦਿਨ ਸਾਡੀਆਂ ਦੂਜੀਆਂ ਸਿੱਖ ਸੰਸਥਾਵਾਂ ਵੀ ਜਿਹੜੀਆਂ ਨੇ ਕੌਮੀਅਤ ਦੀ ਜਿਹੜੀ ਮੱਸ ਹੈ, ਕੌਮੀਅਤ ਦਾ ਜਿਹੜਾ ਦਰਦ ਹੈ, ਕੌਮੀਅਤ ਦਾ ਜਿਹੜਾ ਅੰਦਰ ਜਿਹੜਾ ਹੁਬ ਹੈ, ਉਹਨੂੰ ਛੱਡ ਕੇ ਕੇਵਲ ਤੇ ਕੇਵਲ ਵਿਅਕਤੀਗਤ ਹੋ ਕੇ ਕੰਮ ਕਰੇ। ਅਸੀਂ ਵਿਅਕਤੀ ਨੂੰ ਅੱਗੇ ਲੈ ਕੇ ਕੰਮ ਕਰਦੇ ਹਾਂ। ਅਸੀਂ ਵਿਅਕਤੀ ਨੂੰ, ਵਿਅਕਤੀ ਸੰਸਥਾ ਚਲਾਉਂਦਾ ਹੈ, ਕੌਮ ਸੰਸਥਾ ਨਹੀਂ ਚਲਾਉਂਦੀ। ਅਸੀਂ ਅੱਜ ਇਹ ਨਗਾਰ ਜਿਹੜੇ ਨੇ, ਇਹਨਾਂ ਨਗਾਰਾਂ ਦਾ ਹੱਲ ਲੱਭਣ ਦੇ ਲਈ ਅੱਜ ਅਸੀਂ ਦੇਖਦੇ ਹਾਂ ਕਦੇ ਸਰਦਾਰ ਟੌੜਾ, ਸਰਦਾਰ ਗੁਰਚਰਨ ਸਿੰਘ ਜੀ ਸ਼੍ਰੋਮਣੀ ਕਮੇਟੀ ਲੰਬਾ ਸਮਾਂ ਪ੍ਰਧਾਨ ਰਹੇ। ਸਾਨੂੰ ਵੀ ਉਹਨਾਂ ਦੇ ਇਹ ਨੇੜੇ ਤੇੜੇ 1974 ਤੋਂ ਲੈ ਕੇ ਲਗਾਤਾਰ ਉਹਨਾਂ ਦੀ ਸਰੀਰਕ ਹਾਲਤੀ ਤੱਕ ਵੇਖਣ ਦਾ, ਨੇੜੇ ਹੋ ਕੇ ਕੰਮ ਕਰਨ ਦਾ ਲੰਮਾ ਚੌੜਾ ਸਾਨੂੰ ਮੌਕਾ ਮਿਲਿਆ। ਅਸੀਂ ਉਹਨਾਂ ਨਾਲ ਵੀ ਗੱਲਾਂ ਕਰਿਆ ਕਰਦੇ ਸੀ। ਅਸੀਂ ਇੱਕ ਵਾਰ ਉਹ ਰਾਜੀ ਕਰ ਲਿਆ ਕਿ ਸਰਦਾਰ ਟੌੜਾ ਜੀ ਤੁਸੀਂ ਹੁਣ ਪ੍ਰਧਾਨ ਨਾ ਬਣੋ, ਤੁਸੀਂ ਕਿੰਗ ਮੇਕਰ ਬਣ ਜਾਓ। ਕੌਮ ਨੂੰ ਕੋਈ ਚੰਗਾ ਇੱਕ ਹੋਰ ਵਿਅਕਤੀ ਆਪਣੀ ਅਗਵਾਈ ਤਿਆਰ ਕਰਕੇ ਦੇ ਦਿਓ। ਕੱਲ੍ਹ ਨੂੰ ਤੁਸੀਂ ਸੰਸਾਰ ਵਿੱਚ ਨਹੀਂ ਰਹਿਣਾ ਕਿ ਘੱਟੋ ਘੱਟ ਸ਼੍ਰੋਮਣੀ ਕਮੇਟੀ ਨੂੰ ਇੱਕ ਚੰਗਾ ਪ੍ਰਬੰਧਕ ਹੋਰ ਇੱਕ ਤਿਆਰ ਕਰ ਲਓ, 2 ਤਿਆਰ ਕਰ ਲਓ, 4 ਤਿਆਰ ਕਰ ਲਓ, ਤਾਂ ਕਿ ਕੋਈ ਚੰਗਾ ਵਾਰਸ ਮਿਲ ਸਕੇ। ਇਹ ਨਾ ਹੋਵੇ ਕੱਲ੍ਹ ਨੂੰ ਟੌੜਾ ਅੱਖਾਂ ਬੰਦ ਕਰੇ ਤੇ ਕੌਮ ਨੇ ਹੱਥੀ ਹੋ ਕੇ ਬੈਠ। ਹੁੰਦਾ ਹੀ ਕੁਝ ਹੈ। ਅਸੀਂ ਇੱਕ ਵਿਅਕਤੀ ਨੂੰ ਉਭਾਰੀ ਜਾਂਦੇ ਹਾਂ, ਉਹ ਬੰਦਾ ਆਪਣੇ ਆਪ ਨੂੰ ਸਭ ਕੁਝ ਮੰਨੀ ਜਾਂਦਾ ਹੈ, ਸਵੀਕਾਰ ਕਰਨਾ ਸ਼ੁਰੂ ਕਰ ਲੈਂਦਾ ਹੈ। ਨਤੀਜਾ ਨਿਕਲਦਾ ਹੈ ਮਗਰੋਂ ਨਵਾਂ ਬਰਾਬਰ ਦਾ ਆਗੂ ਸਾਡੇ ਕੋਲ ਹੁੰਦਾ ਨਹੀਂ, ਤੇ ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਸੰਸਥਾਵਾਂ ਦਾ ਜਿਹੜੀ ਉਹਦੀ ਗਰਮਜੋਸ਼ੀ ਹੈ ਜਾਂ ਉਹਦੇ ਨਿਸ਼ਾਨੇ ਨੇ, ਅਸੀਂ ਉਹਨਾਂ ਨੂੰ ਆਪ ਪੈਰਾਂ ਵਿੱਚ ਮਸਣ ਦੇ ਲਈ ਕਾਮਯਾਬ ਹੋ ਜਾਂਦੇ। ਸਾਡੇ ਕੋਲ ਦੁਬਾਰਾ ਬਾਬਾ ਖੜਕ ਸਿੰਘ ਨਹੀਂ ਪੈਦਾ ਹੋ ਸਕਿਆ, ਸਾਡੇ ਕੋਲ ਦੁਬਾਰਾ ਸਰਦਾਰ ਕਰਤਾਰ ਸਿੰਘ ਚੱਬਰ ਨਹੀਂ ਪੈਦਾ ਹੋ ਸਕਿਆ, ਅਸੀਂ ਤੇਜਾ ਸਿੰਘ ਸਮੁੰਦਰੀ ਦੁਬਾਰਾ ਨਹੀਂ ਪੈਦਾ ਕਰ ਸਕੇ। ਅਸੀਂ ਪ੍ਰੋਫੈਸਰ ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ, ਪ੍ਰਿੰਸੀਪਲ ਤੇਜਾ ਸਿੰਘ ਜੀ, ਪ੍ਰਿੰਸੀਪਲ ਨਿਰੰਜਨ ਸਿੰਘ ਜੀ, ਬਾਬਾ ਹਰਕ੍ਰਿਸ਼ਨ ਸਿੰਘ ਜੀ, ਸਰਦਾਰ ਸਰਦੂਲ ਸਿੰਘ ਜੀ ਕਵੀਸ਼ਰ ਵਰਗੇ ਅਸੀਂ ਦੁਬਾਰਾ ਨਹੀਂ ਪੈਦਾ ਕਰ ਸਕੇ। ਅਸੀਂ ਜਹਦਰ ਊਧਮ ਸਿੰਘ ਨਾਗੋ ਕੇ ਦੁਬਾਰਾ ਨਹੀਂ ਪੈਦਾ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਦੀ ਸੋਚਣਾ ਪਏਗਾ। ਅਸੀਂ ਕਦੀ ਜੇ ਅਸੀਂ ਪੰਥਕ ਤੌਰ ਤੇ ਇੱਕ ਮੁੱਠ ਹੁੰਦੇ, ਪੰਥ ਸਾਡਾ ਜਿਉਂਦਾ ਹੁੰਦਾ, ਪੰਥਕ ਜਥੇਬੰਦੀ ਸਾਡੀ ਮਜ਼ਬੂਤ ਹੁੰਦੀ, ਸ਼ਾਇਦ ਆਗੂਆਂ ਦੀ ਕਤਾਰ ਵਿੱਚ ਕਦੀ ਥੁੜਨਾ। ਅਸੀਂ ਵਰਤਮਾਨ ਨਗਾਰਾਂ ਨੂੰ ਗੰਭੀਰਤਾ ਨਾਲ ਦੇਖਣ ਦੀ ਜ਼ਰੂਰਤ ਹੈ। ਸੰਸਾਰ ਵਿੱਚ ਵਸਦੇ ਸਿੱਖ ਅੱਜ ਅਸੀਂ ਧੜਿਆਂ 'ਚ ਵੰਡੇ ਹੋਏ ਹਾਂ, ਔਰ ਧੜਿਆਂ ਵਿੱਚ ਵੰਡੇ ਹੋਏ ਅਸੀਂ ਧੜਿਆਂ ਦੇ ਆਗੂਆਂ ਨੂੰ ਸ਼ਖਸੀ ਤੌਰ ਤੇ ਉਭਾਰਦੇ ਪਏ ਹਾਂ ਤੇ ਬਹੁਤ ਵੱਡਾ ਪਾਪ ਕਰਮ ਕਰ ਰਹੇ ਹਾਂ। ਆਪਣੇ ਪੰਥ ਦੇ ਲਈ ਅਸੀਂ ਖੁਦ ਖਤਰੇ ਦਾ ਜਿਹੜਾ ਹੈ ਆਪ ਕਾਰਨ ਹਾਂ। ਇਸ ਲਈ ਸਾਨੂੰ ਵੇਖਣਾ ਪਏਗਾ, ਭਾਵੇਂ ਸੰਪਰਦਾਵਾਂ ਦੇ ਰੂਪ ਦੇ ਵਿੱਚ, ਭਾਵੇਂ ਡੇਰੇਦਾਰਾਂ ਦੇ ਰੂਪ ਵਿੱਚ, ਭਾਵੇਂ ਅਸੀਂ ਸਿਆਸੀ ਜਥੇਬੰਦੀਆਂ ਦੇ ਰੂਪ ਵਿੱਚ ਵੀ ਦੇਖਦੇ ਹਾਂ। ਇਹ ਜਿਹੜੀਆਂ ਖਾਮੀਆਂ ਆ ਗਈਆਂ ਨੇ ਨਾ, ਇਹਨਾਂ ਖਾਮੀਆਂ ਦਾ ਖਮਿਆਜਾ ਕੌਮ ਭੁਗਤ ਰਹੀ। 47 ਤੋਂ ਪਹਿਲਾਂ ਵੀ ਆ ਚੁੱਕੀਆਂ ਸਨ। ਜੇ ਉਸ ਸਮੇਂ ਦੀ ਸਾਡੀ ਲੀਡਰਸ਼ਿਪ ਇੱਕ ਹੁੰਦੀ, ਆਗੂ ਜਮਾਤ ਇੱਕ ਹੁੰਦੇ, ਸ਼ਾਇਦ ਸਾਡੇ ਕੌਮ ਦਾ ਵਰਤਮਾਨ ਸਾਡੇ ਕੋਲ ਹੋਰ ਤਰ੍ਹਾਂ ਦਾ ਬਿਹਤਰ ਰੂਪ ਵਿੱਚ ਵੀ ਹੋ ਸਕਦਾ। ਉਹ ਸ਼੍ਰੋਮਣੀ ਕਮੇਟੀ ਉਸ ਸਮੇਂ ਅਸੀਂ ਦੇਖਦੇ ਹਾਂ ਉਹ ਮਤਿਆਂ ਤੱਕ ਰਹਿੰਦੀ ਹੈ। ਉਹ ਪ੍ਰਬੰਧ ਨੂੰ ਲੈ ਕੇ ਕੌਮ ਨੂੰ ਜਿਵੇਂ ਇੱਕ ਮੁੱਠ ਰੱਖ ਕੇ ਤੁਰਨਾ ਸੀ। ਇਹਦੀ ਕੁੱਖ ਚੋਂ ਜਿਹੜਾ ਅਕਾਲੀ ਦਲ ਪੈਦਾ ਹੋਇਆ ਸੀ, ਸ਼੍ਰੋਮਣੀ ਕਮੇਟੀ ਨੇ ਉਹਦੇ ਉੱਤੇ ਮਾਂ ਵਾਲੀ ਭੂਮਿਕਾ ਨਹੀਂ ਨਿਭਾਈ।
ਇਹ ਦਵੇਲ ਬਣ ਗਈ। ਉਹ ਦਵੇਲ ਬਣ ਕਰਕੇ 47 ਤੋਂ ਪਹਿਲਾਂ ਕੌਮ ਦੇ ਲਈ ਘਾਤਕ ਰਸਤੇ ਤਲਾਸ਼ ਜਿਹੜੇ ਖੜੇ ਕੀਤੇ, ਉਹਦੇ 'ਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਬੰਧ ਦੀ ਜਿਹੜੀ ਨਿਘਾਰ ਦੀ ਗੱਲ ਸੀ ਨਾ, ਉਹ ਸਾਡੇ ਸਾਹਮਣੇ ਖਤਰਾ ਬਣ ਕੇ ਸਾਹਮਣੇ ਆਇਆ। ਅੱਜ ਵਰਤਮਾਨ ਨਿਘਾਰ ਦੀ ਗੱਲ ਕਰ ਰਹੇ, ਇਹ ਨਿਘਾਰ ਤੇ ਇਤਨਾ ਜਾਪਦਾ ਹੁਣ ਕਿ ਜਿਹਨੂੰ ਅਸੀਂ ਸੰਸਥਾ ਸਮਝਦੇ ਹਾਂ, ਉਹ ਸੰਸਥਾ ਦਾ ਨਾਂ ਤੇ ਹੈਗਾ ਹੈ, ਪਰ ਸੰਸਥਾ ਵਾਲੀ ਜਿਹੜੀ ਉੱਥੇ ਗਰਮਜੋਸ਼ੀ ਨਹੀਂ ਹੈਗੀ, ਸੰਸਥਾ ਵਾਲੀ ਭਾਵਨਾ ਨਹੀਂ ਹੈਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ 'ਚ ਕੀ ਹੈ? ਨਾ ਰਹਿਤ ਮਰਜ਼ਾਦਾ, ਨਾ ਪੰਥਕ ਜਜ਼ਬਾ, ਕੁਝ ਵੀ ਸਾਨੂੰ ਉੱਥੇ ਨਹੀਂ ਮਿਲਦਾ। ਉੱਥੇ ਜੋ ਸਾਨੂੰ ਮਿਲਦਾ ਉਹ ਗੈਰ ਸਿੱਖੀ ਸੋਚ ਦਾ ਪ੍ਰਗਟਾਵਾ। ਇਹੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਨਿਜ਼ਾਮ ਥੱਲੇ ਹੋ ਗਏ। ਇੱਥੇ ਸਾਨੂੰ ਅੱਜ ਬੜੇ ਦਰਦ ਨਾਲ, ਬੜੀ ਜ਼ਿੰਮੇਵਾਰੀ ਨਾਲ, ਬੜੀ ਤੜਫ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤਾਂ ਦੇ ਪ੍ਰਬੰਧਕੀ ਨਿਜ਼ਾਮ ਜਾਂ ਸਾਡੇ ਹੋਰ ਕੌਮੀ ਪ੍ਰਬੰਧਕੀ ਨਿਜ਼ਾਮ, ਸਾਡੇ ਸਾਰੇ ਅੱਜ ਕੌਮੀ ਤੌਰ 'ਤੇ ਫਿਕਰਮੰਦੀ ਦਾ ਸਾਡੇ ਹਿੱਸਾ ਨੇ। ਤੇ ਇਹਨੂੰ ਕੇਵਲ ਅੱਧੇ ਘੰਟੇ, ਪੌਣੇ ਘੰਟੇ, 2 ਘੰਟਿਆਂ 'ਚ ਆਪਾਂ ਪੂਰਾ ਨਹੀਂ ਕਰ ਸਕਦੇ। ਇਹਦੇ ਲੰਮੀ ਚਰਚਾ, ਵਿਧੀਵਤ ਢੰਗ ਦੀ ਚਰਚਾ, ਕੌਮ ਨੂੰ ਮਨ ਬਣਾ ਕੇ ਕਰਨ ਵਾਲੀ ਚਰਚਾ ਦੀ ਜ਼ਰੂਰਤ ਹੈ। ਇਹਦੇ 'ਚ ਸਾਡੇ ਆਪਣੇ ਨਾਰਾਜ਼ ਹੋਣਗੇ, ਕਈ ਸਾਨੂੰ ਬੁਰਾ ਭਲਾ ਕਹਿਣਗੇ, ਕਈ ਇਹਨਾਂ ਗੱਲਾਂ ਨੂੰ ਨਾ ਪਸੰਦ ਕਰਨਗੇ। ਤੁਸੀਂ ਕਿਤਨਾ ਨੇ ਗੱਲਾਂ ਕਰ ਰਹੇ ਹੋ, ਇਹ ਬੜਾ ਕੁਝ ਕਿੰਤੂ ਪਰੰਤੂ ਹੋਏਗਾ। ਸਾਨੂੰ ਆਪਣੀ ਝੋਲੀਆਂ ਵੱਡੀਆਂ ਕਰ ਲੈਣੀਆਂ ਚਾਹੀਦੀਆਂ ਨੇ। ਹਰ ਇੱਕ ਦੇ ਆਪਣੀ ਝੋਲੀ ਵਿੱਚ ਗਲੇ ਸ਼ਿਕਵੇ ਪਵਾ ਕੇ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅੱਜ ਪੰਥ ਕੀ ਰਹੇਗੀ तो ग्रंथ की रहेगी नाथ, तेरा पंथ ना रहा ते ग्रंथ कौन मानेगा। श्रोमणी कमेटी धड़ियां दी हो गई है, पंथ दी नहीं है। दिल्ली कमेटी धड़ियां दी हो गई है, पंथ दी नहीं है। बोर्ड धड़ियां दे हो गए ने, पंथ दे नहीं हैं, क्योंकि पंथ ही असीं अलोप कर दिता है। असीं धड़े रख ले ने, पंथ गवा लिया। ते अज सानू श्रोमणी कमेटी का निगार, दिल्ली कमेटी का निगार, तख्तां दे निजाम का निगार दे होर निगार खत्म करने हैं। ते सानू सब तो पहला प्रबंध जिहड़ा है उत्थे कौम दा जथेबंदक जिहड़ा वजूद है, एक सुरता एक सारता वाला जिहड़ा वजूद है, इनू दोबारा अपनी रूहां विचों, इतिहास विचों, गुरबाणी विचों कढ़ के इन दोबारा उसारन की जरूरत है। तिड़ां इकट्ठियां कर करके वो लैके अगे आना पेगा, जिहदे विच कोई दो गल्लां नहीं होणगीਆਂ। केवल श्री गुरु ग्रंथ साहब साढ़े रहबर ने, मुर्शिद ने, गुरु ने और सिख रहत मर्यादा सारे पंथ की इको एक जीवन जांच का तुरा होएगी। होर कोई मर्यादा सज्जे खब्बे च रहेगी तो पंथ एक नहीं रहेगा। इस करके सानू इहदे लई काम करन दी जरूरत है, निठ के तुरन दी जरूरत है। अपनी झोली च जो कहा जाता है अपने वल्लों खुल के पाउण दी लोड़ है। दलेरी नाल काम कीते तो बगैर असीं वर्तमान निगारां दी चर्चा कर सकते हैं, दुख दे हंझू रो सकते हैं, कल्पना पिट पटाइया कर सकते हैं, पर समाधान नहीं कर सकते। समाधान दे लई सिर जोड़ने, लम्मी विਉਂਤ करनी, गुरबाणी दे शब्द विचों सिद्धांत लैके उहदे मुताबिक जिथे गुरु जी ने पहुँचाया सी 1708 वाला उही पंथ प्रधानगी की गल, वो जो निजाम है उन्होंने सानू दोबारा सरजीत करके उस सानू अगे लैके तुरना पेगा। फिर असीं निगारां तो विचों इन्हां नूं घटाउंदे असीं पंथ दी जकजहती दा जिहड़ा वो सबूत है उन्होंने असीं खड़ा करके चंगे वर्तमान दे चंगे भविख दे लई अपनी अपनी बनदी भूमिका निभा सकदे। पता नहीं एक नस्ल साड़ी लगनी है, 2 लगनियां ने, ये लम्मा सिलसिला है। सानू हमना नहीं चाहिए, सानू दलेरी नाल काम कर लिए अगे आना चाहिए। सो श्रोमणी कमेटी, दिल्ली कमेटी, तख्त साहिबान दे निजाम, होर निजामां दा निगार, ये बहुत वड्डा साडी फिक्रमंदी का केंद्र है। इनू सानू खुल के चर्चा करके इहदे समाधान रल के तलाश किए जा सकणगे। कला तो कला व्यक्ति इत्थे ना कुछ कर सके ना कुछ कर सकेगा, पंथ नूं करना पेगा। पंथ गुरु ग्रंथ साहिब ताबिया रह के करने लई समर्थ है, कर सकता है। निराशता नहीं, सानू कदे भी निराश नहीं होना चाहिए। पंथ अज भी
ਬਲੀ ਹੈ। ਪੰਥ ਅੱਜ ਵੀ ਬਲਵਾਨ ਹੋ ਕੇ ਉੱਭਰ ਸਕਦਾ ਹੈ। ਇਸ ਕੇਵਲ ਪੰਥਕ ਜਜ਼ਬੇ ਨੂੰ ਸੰਭਾਲਣ ਤੇ ਪ੍ਰਚਾਰਨ ਦੀ ਜ਼ਰੂਰਤ ਹੈ। ਕੀ ਕੁਝ ਕਰਨਾ ਚਾਹੀਦਾ ਹੈ, ਕਿਵੇਂ ਕਿਵੇਂ ਹੋ ਸਕਦਾ ਹੈ, ਇਹ ਲੰਮੀਆਂ ਵਿਚਾਰਾਂ ਨੇ, ਬੈਠ ਕੇ ਇਹਦੇ ਉੱਤੇ ਲੰਮੇ ਵਿਚਾਰ ਕੀਤੇ ਜਾ ਸਕਦੇ ਨੇ। ਧੰਨਵਾਦ। ਭੁੱਲਾਂ ਦੀ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ, ਜਿਨ੍ਹਾਂ ਨੇ ਸੰਗਤਾਂ ਨੂੰ ਸੁਚੇਤ ਹੋਣ ਲਈ ਸੁਲਝੇ ਵਿਚਾਰ ਪੇਸ਼ ਕੀਤੇ ਹਨ। ਅਗਲੇ ਹਫ਼ਤੇ ਇਹਨਾਂ ਤੋਂ ਜਾਣਾਂਗੇ ਕਿ ਕੌਮ ਦੀਆਂ ਵੱਡੀਆਂ ਸੰਸਥਾਵਾਂ ਵੀ ਸੁਚੱਜੀ ਅਗਵਾਈ ਦੇਣ ਤੋਂ ਕਿਉਂ ਫੇਲ ਹੋ ਰਹੀਆਂ ਹਨ। ਦੇਖਣਾ ਨਾ ਭੁੱਲਣਾ ਜੀ। ਜੇ ਤੁਸੀਂ ਹਾਲੇ ਤੱਕ ਸਾਡਾ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਹੇਠਾਂ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਜੀ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੇ। ਅਗਲੇ ਹਫ਼ਤੇ ਗਿਆਨੀ ਕੇਵਲ ਸਿੰਘ ਜੀ ਦੇ ਕੀਮਤੀ ਵਿਚਾਰਾਂ ਸਮੇਤ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।